देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। डेरा सिरसा सौदा ਦੇ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚ ਗਏ ਤਕਰੀਬਨ 3 ਸਾਲ ਹੋ ਗਏ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ 5 ਵਾਰ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰਾਉਣ ਦੀ, ਜਿਹਦੇ ਵਿੱਚ ਇੱਕ ਚੀਜ਼ ਸਹੀ ਸਾਹਮਣੇ ਆਈ ਹੈ ਕਿ ਉਹਨਾਂ ਦੀ ਜੋ ਜ਼ਮਾਨਤ ਹੈ ਉਹਦੇ ਵਾਸਤੇ ਜੋ ਪੋਲੀਟੀਕਲ ਲੀਡਰ ਹੈਗੇ ਨੇ ਉਹਨਾਂ ਨੂੰ ਬੜੀ ਕਾਹਲ ਸੀ ਤੇ ਪੋਲੀਟੀਕਲ ਇੱਕ ਕਨੈਕਸ਼ਨ ਵੀ ਸਾਹਮਣੇ ਆ ਰਿਹਾ ਸੀਗਾ ਕਿ ਉਹ ਬਾਰ-ਬਾਰ ਕੋਸ਼ਿਸ਼ ਕਰ ਰਹੇ ਸੀਗੇ, ਜਿਹਦਾ ਹਰਿਆਣਾ ਦੀ ਸਰਕਾਰ ਦੇ ਉੱਪਰ ਵੀ ਕਈ ਵਾਰ ਇਹ ਲੱਗੇ ਹੈਗੇ ਨੇ ਆਰੋਪ ਕਿ ਉਹਨਾਂ ਨੂੰ ਬੜੀ ਜਲਦੀ ਸੀਗੀ ਕਿ ਜੋ ਰਾਮ ਰਹੀਮ ਸੀ ਉਹਨੂੰ ਜੇਲ੍ਹ ਤੋਂ ਰਿਹਾ ਕਰਾ ਕੇ ਬਾਹਰ ਲਿਆਂਦਾ ਜਾਵੇ। ਪਰੰਤੂ ਹੁਣ ਇੱਕ ਬਹੁਤ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ 24 ਅਕਤੂਬਰ ਨੂੰ ਰਾਮ ਰਹੀਮ ਨੂੰ 24 ਘੰਟੇ ਵਾਸਤੇ ਪੈਰੋਲ ਦਿੱਤੀ ਗਈ, ਜਿਹਦੇ ਵਾਸਤੇ ਇੱਕ ਚੁੱਪਚਾਪ ਤਰੀਕੇ ਨਾਲ ਕੰਮ ਕੀਤਾ ਗਿਆ। ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ, ਕਿਸ ਮਕਸਦ ਵਾਸਤੇ ਬਾਹਰ ਕੱਢਿਆ ਗਿਆ ਤੇ ਉਸ ਤੋਂ ਬਾਅਦ ਕੀ ਰਾਮ ਰਹੀਮ ਕਿੱਥੇ ਗਿਆ, ਇਹ ਸਾਰੀਆਂ ਗੱਲਾਂ ਕਰਨ ਵਾਸਤੇ ਅੱਜ ਮੇਰੇ ਨਾਲ ਮੌਜੂਦ ਨੇ ਐਡਵੋਕੇਟ ਰਵਨੀਤ ਜੋਸ਼ੀ ਤੇ ਹਰ ਇੱਕ ਜੋ ਮੁਕੱਦਮਾ ਚੱਲ ਰਿਹਾ ਹੈਗਾ ਰਾਮ ਰਹੀਮ ਦੇ ਉੱਤੇ ਉਹਨਾਂ ਦੇ ਮੇਨ ਗਵਾਹ ਖੱਟਾ ਸਿੰਘ ਜੀ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ 24 ਅਕਤੂਬਰ ਦੀ ਘਟਨਾ ਤੋਂ ਬਾਅਦ ਕੀ ਦੁਸ਼ਪ੍ਰਭਾਵ ਸਾਹਮਣੇ ਆ ਸਕਦੇ ਨੇ ਤੇ ਬਾਬੇ ਨੂੰ ਇਹ ਚੁੱਪਚਾਪ ਤਰੀਕੇ ਦੇ ਨਾਲ ਜੇਲ੍ਹ ਤੋਂ ਬਾਹਰ ਲਿਜਾਣ ਅਤੇ ਆਉਣ ਦਾ ਜੋ ਇਹਦੇ ਵਿੱਚ ਕਿਹੜੇ ਮਕਸਦ ਹੈ ਜਿਹੜੇ ਪੂਰੇ ਕੀਤੇ ਜਾ ਰਹੇ ਨੇ। ਸੂਬਾ ਸਰਕਾਰ ਦੇ ਉੱਤੇ ਇਹ ਇਲਜ਼ਾਮ ਲੱਗਿਆ ਹੈਗਾ। ਰਵਨੀਤ ਜੀ, 24 ਤਰੀਕ ਨੂੰ ਬਾਬੇ ਰਾਮ ਰਹੀਮ ਦੀ ਪੈਰੋਲ ਹੋਈ ਹੈ, ਕਿਉਂਕਿ ਪਹਿਲਾਂ ਉਹਨਾਂ ਨੂੰ 5 ਵਾਰ ਮਨਾ ਕੀਤਾ ਗਿਆ ਵੀ ਤੁਹਾਡੀ ਜ਼ਮਾਨਤ ਨਹੀਂ ਹੋਵੇਗੀ ਤੇ ਜਿਹਦੇ ਵਾਸਤੇ ਅਲੱਗ-ਅਲੱਗ ਸਿੱਖ ਜਥੇਬੰਦੀਆਂ ਦੀ ਗੱਲ ਕਰੀਏ, ਆਮ ਲੋਕਾਂ ਦੀ ਗੱਲ ਕਰੀਏ, ਹਰ ਇੱਕ ਬਾਬੇ ਦੇ ਖਿਲਾਫ ਬੋਲ ਰਿਹਾ ਸੀਗਾ, ਇਸ ਕਰਕੇ ਉਹਨਾਂ ਦੀ ਜੋ ਜ਼ਮਾਨਤ ਹੈ ਖਾਰਜ ਹੋ ਗਈ ਸੀ। ਪਰੰਤੂ ਹੁਣ ਇੱਕ ਚੁੱਪਚਾਪ ਤਰੀਕੇ ਨਾਲ ਸਰਕਾਰ ਵੱਲੋਂ ਉਹਨਾਂ ਨੂੰ ਪੈਰੋਲ ਦਿੱਤੀ ਗਈ ਹੈ 24 ਘੰਟੇ ਵਾਸਤੇ। ਇਹਦੇ ਵਾਸਤੇ ਆਪਾਂ ਕੀ ਕੁਝ ਸਾਹਮਣੇ ਆ ਰਿਹਾ, ਕੀ ਆਸਪੈਕਟ ਹੈਗਾ ਕਾਨੂੰਨੀ ਨਜ਼ਰ ਨਾਲ ਦੇਖੀਏ? ਦੇਖੋ ਜੀ, ਕਾਨੂੰਨੀ ਤੌਰ ਤੇ ਤਾਂ ਇਹ ਬਿਲਕੁਲ ਵਾਇਲੇਸ਼ਨ ਹੈ ਤੇ ਇਹ ਜਿਹੜੇ ਇਹਦੇ ਵਿੱਚ ਕਨਵਿਕਟ ਨੇ ਗੁਰਮੀਤ ਰਾਮ ਰਹੀਮ, ਉਹ ਹਾਰਡਕੋਰ ਕ੍ਰਿਮੀਨਲ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਤੇ ਇਹ ਜਿਹੇ ਬੰਦੇ ਨੂੰ ਰਿਲੀਜ਼ ਕਰਨ ਦੇ ਉੱਤੇ ਬਾਰ ਹੈ ਐਕਟ ਦੇ ਅਕੋਰਡਿੰਗਲੀ। ਪਰ ਇਹ ਜਿਹੜਾ ਰਿਲੀਜ਼ ਕੀਤਾ ਇਹਨਾਂ ਨੇ 24 ਘੰਟਿਆਂ ਦੇ ਲਈ, ਇਹਦੀ ਕੋਈ ਨਾ ਤਾਂ ਕੋਈ ਪ੍ਰੋਪਰ ਐਮਰਜੈਂਸੀ ਸੀਗੀ, ਨਾ ਇਹ ਇਹਦੀ ਕੋਈ ਰਿਕੁਆਇਰਮੈਂਟ ਸੀ। ਇਹ ਪੂਰਾ ਪੋਲੀਟੀਕਲੀ ਮੋਟੀਵੇਟਡ ਜਿਹੜਾ ਰਿਲੀਜ਼ ਕਰਾਇਆ ਗਿਆ ਸਰਕਾਰ ਨੇ। ਬਹੁਤ ਵੱਡੇ ਪੈਮਾਨੇ 'ਤੇ ਇਹਦੇ 'ਤੇ ਐਕਸਪੈਂਡੀਚਰ ਵੀ ਹੋਇਆ ਤੇ ਬਹੁਤ ਵੱਡੇ ਪੈਮਾਨੇ 'ਤੇ ਇਹਨਾਂ ਨੇ ਸਰਕਾਰ ਨੇ ਜੋ ਹੈ ਰਿਸਕ ਵੀ ਲਿਆ, ਕਿਉਂਕਿ ਜੋ ਪੰਚਕੂਲੇ 'ਚ ਹੋਇਆ ਜਾਂ ਜੋ ਉਦੋਂ ਪਹਿਲਾਂ ਰਾਮਪਾਲ ਵਾਲੇ ਮਾਮਲੇ ਦੇ ਵਿੱਚ ਹੋਇਆ, ਹੋਰ ਮਾਮਲਿਆਂ ਦੇ ਵਿੱਚ ਹੋਇਆ, ਇਹ ਸਾਰਾ ਕੁਝ ਜੋ ਹੈ ਇਹਨੇ ਇੱਕ ਤਰ੍ਹਾਂ ਦਾ ਪਹਿਲਾਂ ਇਹ ਆਈਡੀਆ ਦਿੱਤਾ ਸੀ ਵੀ ਇਹ ਜੀ ਰਿਲੀਜ਼ ਦੇ ਨਾਲ ਕੀ ਹੋ ਸਕਦਾ, ਕਿਉਂਕਿ ਇਹ ਵੀ ਪਤਾ ਹੈ ਵੀ ਜੋ ਸਿਕਿਉਰਿਟੀ ਦੇ ਵਿੱਚ ਹੁੰਦੇ ਨੇ ਜਾਂ ਜਿਹੜਾ ਪ੍ਰਸ਼ਾਸਨ ਦੇ ਵਿੱਚ ਲੋਕਾਂ ਦੀਆਂ ਡਿਊਟੀਆਂ ਲਾਈਆਂ ਗਈਆਂ, ਕੁਝ 300 ਆਫਿਸਰ ਨੂੰ ਡਿਪਿਊਟ ਕੀਤਾ ਗਿਆ, ਉਹਨਾਂ ਦੇ ਵਿੱਚੋਂ ਕਿੰਨੇ ਹੀ ਇਸ ਗੁਰਮੀਤ ਰਾਮ ਰਹੀਮ ਦੇ ਜੋ ਸ਼ਰਧਾਲੂ ਵੀ ਨੇ ਤੇ ਇੱਕ ਸਿਚੁਏਸ਼ਨ ਬੜੀ ਖਤਰਨਾਕ ਪੈਦਾ ਹੋ ਸਕਦੀ ਸੀ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜੋ ਹੈ ਕਿੰਨੀ ਵਾਰ ਹਰਿਆਣੇ ਨੂੰ ਜੋ ਹੈ ਸਰਕਾਰ ਚਾਹੁੰਦੀ ਹੈ ਵੀ ਬਾਰ-ਬਾਰ ਇਹ ਹਰਿਆਣਾ ਦੁਬਾਰਾ ਅੱਗ 'ਚ ਮੱਚੇ ਤੇ ਇਹਨਾਂ ਗੱਲਾਂ ਨੂੰ ਇਹਨਾਂ ਨੇ ਤਾਕ 'ਤੇ ਰੱਖਿਆ। ਈਵਨ ਹਾਈ ਕੋਰਟ ਨੇ ਜਦੋਂ 4 ਵਾਰੀ ਇਹ ਬੰਦੇ ਦੀ ਜਿਹੜੀ ਪੈਰੋਲ ਹੈ ਉਹ ਰਿਜੈਕਟ ਕਰਤੀ ਤੇ ਇਹ ਓਪੀਨੀਅਨ ਐਕਸਪ੍ਰੈਸ ਕੀਤਾ ਵੀ ਇਹ ਬੰਦੇ ਨੂੰ ਰਿਲੀਜ਼ ਕਰਨਾ ਖਤਰਨਾਕ ਹੋ ਸਕਦਾ, ਲਾਅ ਐਂਡ ਆਰਡਰ ਸਿਚੁਏਸ਼ਨ ਹੋ ਸਕਦੀ ਹੈ ਤੇ ਇਹਨਾਂ ਸਰਕਮਸਟੈਂਸਿਸ ਦੇ ਵਿੱਚ ਜੋ ਰਿਲੀਜ਼ ਕੀਤਾ ਗਿਆ ਉਹ ਬੜਾ ਹੀ ਗਲਤ ਹੋਇਆ। ਰਵਨੀਤ ਜੀ, ਜੇ ਆਪਾਂ ਕਾਨੂੰਨੀ ਪੱਖ ਦੀ ਗੱਲ ਕਰੀਏ ਤਾਂ ਜਦੋਂ ਰਾਮ ਰਹੀਮ ਨੂੰ ਫੜਿਆ ਗਿਆ ਸੀ ਉਦੋਂ ਪੰਚਕੂਲੇ ਦੇ ਵਿੱਚ ਕਿੱਡੀ ਭਾਰੀ ਹਿੰਸਾ ਹੋਈ ਹੈ ਨਾ, ਸੈਂਕੜਿਆਂ ਦੀ ਗਿਣਤੀਆਂ ਦੇ ਵਿੱਚ ਜੋ ਫੋਲੋਅਰ ਸੀਗੇ ਜਾਂ ਪੁਲਿਸ ਵਾਲੇ ਵੀ, ਕਾਫੀ ਜ਼ਿਆਦਾ ਬੰਦਿਆਂ ਦੀ ਮੌਤ ਵੀ ਹੋਈ ਸੀਗੀ। ਪਰੰਤੂ ਉਸ ਤੋਂ ਬਾਅਦ ਜੋ 4 ਵਾਰ ਇਹਨਾਂ ਨੇ ਆਪਣੀ ਉਹ ਲਾਈ ਹੈ ਜ਼ਮਾਨਤ, ਤਾਂ ਉਹ ਰੱਦ ਕਰ ਦਿੱਤੀ ਗਈ ਹੈ। ਤੇ ਜਿਹੜੀ ਪੈਰੋਲ ਹੈ, ਪੈਰੋਲ ਦਾ ਕੀ ਮਕਸਦ ਹੁੰਦਾ ਹੈਗਾ? ਪੈਰੋਲ ਪਿੱਛੇ ਕੋਰਟ ਜਾਣ ਦੀ ਲੋੜ ਨਹੀਂ ਪੈਂਦੀ ਹੈਗੀ ਕਿ ਇਹ ਜੋ ਪੁਲਿਸ ਅਫੀਸ਼ੀਅਲ ਹੈ ਉਹਨਾਂ ਦੇ ਕਾਰਨ ਹੀ ਹੁੰਦੀ ਹੈ? ਦੇਖੋ ਜੀ, ਪੈਰੋਲ ਦਾ ਜਿਹੜਾ ਪ੍ਰਾਇਮਰੀ ਉਹ ਪਾਵਰ ਹੁੰਦੀ ਹੈ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਦਿੱਤੀ ਗਈ ਹੁੰਦੀ ਹੈ। ਡਿਸਟ੍ਰਿਕਟ ਮੈਜਿਸਟ੍ਰੇਟ ਕੋਲੇ ਕੋਈ ਵੀ ਕਨਵਿਕਟ ਅਪਲਾਈ ਕਰਦਾ ਆਪਦੀ ਰੀਜ਼ਨ ਤੇ ਨੈਸੈਸਿਟੀਜ਼ ਦੱਸਦਾ, ਪਰ ਇਹ ਜਿਹੜੀ ਸਟਰੈਂਥਨ ਹੋ ਜਾਂਦੀ ਹੈ ਜੇ ਬੰਦੇ ਦੇ ਉੱਤੇ ਮਲਟੀਪਲ 302 ਦੇ ਕੇਸ ਨੇ ਜਾਂ ਫਿਰ ਗ੍ਰੀਵੀਅਸ ਓਫੈਂਸਿਸ ਨੇ ਜਾਂ ਰੇਪ ਓਫੈਂਸਿਸ, ਇਹੋ ਜਿਹੇ ਓਫੈਂਸਿਸ ਨੇ ਜੀ, ਕਿਉਂਕਿ ਇਹ ਗੁਰਮੀਤ ਰਾਮ ਰਹੀਮ ਜੋ ਹੈ ਕਨਵਿਕਟ ਹੈ ਤੇ ਕਨਵਿਕਟ ਤੋਂ ਇਹਨਾਂ ਦੇ ਉੱਤੇ 2 ਮਾਮਲਿਆਂ ਦੇ ਵਿੱਚ ਇਹਨਾਂ ਨੂੰ ਸਜ਼ਾ ਹੋ ਚੁੱਕੀ ਹੈ, ਤੀਜਾ ਮਾਮਲਾ ਇਹਨਾਂ ਦੇ ਉੱਤੇ ਹਜੇ ਪੈਂਡਿੰਗ ਚੱਲ ਰਿਹਾ। ਇਹ ਤੋਂ ਇਲਾਵਾ ਹੋਰ ਵੀ ਕਈ ਕੇਸ ਨੇ ਜਿਹੜੇ ਬੜੇ ਹੀ ਦੰਡਨੀਏ ਕੇਸਿਸ ਨੇ, ਉਹ ਆ ਰਹੇ ਨੇ। ਇਨਫੈਕਟ ਜਿੰਨੀ ਤਾਂ ਉੱਥੇ ਹਾਰਡਕੋਰ ਕ੍ਰਿਮੀਨਲ ਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਐਕਟ ਦੇ ਵਿੱਚ, ਉਹਦੇ ਵਿੱਚ ਤਾਂ ਇਹ ਫੋਲ ਕਰਦੇ ਨੇ। ਪਲੱਸ ਇਹਨਾਂ ਦੇ ਐਸੇ ਕੰਡਕਟ ਵੀ ਨੇ ਜਿਹੜੇ ਮਤਲਬ ਕਿ ਆਮ ਤੌਰ 'ਤੇ ਜੇ ਮੋਰਲੀ ਦੇਖਿਆ ਜਾਵੇ ਤਾਂ ਉਹ ਹਾਰਡਕੋਰ ਕ੍ਰਿਮੀਨਲ ਤੋਂ ਵੀ ਜ਼ਿਆਦਾ ਦੰਡਨੀਏ ਹੈ। ਜਿਵੇਂ ਕਿ ਇੱਕ ਬੰਦਾ ਜੋ ਆਪਦੇ ਆਪ ਨੂੰ ਗੋਡਲੀ ਫਿਗਰ ਕਹਿੰਦਾ ਹੈ ਤੇ ਉਹਦੇ ਕੋਲੇ ਜੋ ਲੇਡੀਜ਼ ਜਾਂ ਜਿਹੜੇ ਲੋਕ ਉਹਦੇ ਫੋਲੋਅਰ ਦੇ ਰੂਪ ਦੇ ਵਿੱਚ ਜਾਂਦੇ, ਜੇ ਉਹਨਾਂ ਨਾਲ ਕੋਈ ਐਸਾ ਓਫੈਂਸ ਕਮਿਟ ਕਰਦਾ ਤਾਂ ਉਹ
ਉਹ ਹਾਰਡਕੋਰ ਤੋਂ ਵੀ ਇੱਕ ਅਗਲੀ ਸ਼੍ਰੇਣੀ ਮੈਂ ਕਹੂੰਗਾ ਜਿਹੜੀ ਹੋਰ ਗ੍ਰੀਵੀਅਸ ਸ਼੍ਰੇਣੀ ਹੈ ਉਹਦੇ ਵਿੱਚ ਆਉਣੇ ਚਾਹੀਦੇ ਇਹੋ ਜਿਹੇ ਲੋਕ। ਪਰ ਉਹ ਅਮੈਂਡਮੈਂਟ ਦੀ ਜ਼ਰੂਰਤ ਹੈ ਇਹੋ ਜਿਹੇ, ਕਿਉਂਕਿ ਇਹੋ ਜਿਹੇ ਕਈ ਐਕਟ ਜਿਹੜੇ ਨੇ ਡੇਰਿਆਂ ਦੇ ਵੱਲੋਂ ਉਹਨਾਂ ਦੇ ਹੈਡਸ ਦੇ ਵੱਲੋਂ ਇਹੋ ਜਿਹੇ ਜਦੋਂ ਹੁਣ ਕ੍ਰਾਈਮ ਹੋਣ ਲੱਗ ਗਏ ਨੇ ਤਾਂ ਉਹ ਅਮੈਂਡਮੈਂਟ ਕਰਕੇ ਇਹਨਾਂ ਚੀਜ਼ਾਂ ਨੂੰ ਜੋ ਐਕਟ ਦੇ ਵਿੱਚ ਐਡ ਕਰਨ ਦੀ ਜ਼ਰੂਰਤ ਹੈ। ਮਤਲਬ ਆਪਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਸੂਬਾ ਸਰਕਾਰ ਤੇ ਜੋ ਪੁਲਿਸ ਦੀ ਅਫਸਰਸ਼ਾਹੀ ਹੈ ਉਹ ਨਾਲ ਮਿਲੀ ਹੋਈ ਹੈ ਬਾਬੇ ਦੇ। ਬਿਲਕੁਲ ਬਿਲਕੁਲ ਬਿਲਕੁਲ, ਇਹ ਇਹਨਾਂ ਨੇ ਬਿਲਕੁਲ ਹੀ ਬਹੁਤ ਵੱਡਾ ਰਿਸਕ ਲਿਆ। ਜਦ ਕਿ ਹਾਈ ਕੋਰਟ ਦੀਆਂ ਡਾਇਰੈਕਟਲੀ ਜਦੋਂ 4 ਵਾਰ ਰਿਜੈਕਟ ਕੀਤੀ ਹੈ ਪੈਰੋਲ, ਉਹ ਸਰਕਮਸਟਾਂਸ ਅਜੇ ਤੱਕ ਚੇਂਜ ਨਹੀਂ ਹੋਏ। ਇਹ ਬਹੁਤ ਇਨਫਲੂਐਂਸ਼ੀਅਲ ਬੰਦਾ ਹੈ। ਹੋਰ ਕੇਸਾਂ ਦੇ ਵਿੱਚ ਹਜੇ ਲੋਕਾਂ ਦੀਆਂ ਸਟੇਟਮੈਂਟਾਂ ਐਵੀਡੈਂਸਿਸ ਵਗੈਰਾ ਹੋਣੇ ਆ। ਇਹ ਟੈਰਰਾਈਜ਼ ਕਰ ਸਕਦਾ ਵਿਟਨੈਸਿਸ ਨੂੰ, ਤੇ ਟੈਰਰਾਈਜ਼ ਕਰਨ ਦੀ ਇਹਨਾਂ ਦੀ ਸ਼ਮਤਾ ਜਿਹੜੀ ਆ ਉਹ ਪੰਚਕੂਲਾ ਵਾਇਲੈਂਸ ਜਦੋਂ ਇਹਨਾਂ ਦੀ ਕਨਵਿਕਸ਼ਨ ਹੋਈ ਆ ਉਹ ਸਭ ਨੇ ਦੇਖੀ ਹੈ। ਉਦੋਂ ਪਹਿਲਾਂ ਵੀ ਕਿੰਨੀ ਵਾਰ ਇਹਨਾਂ ਨੇ ਜੋ ਹੈ ਪੂਰੇ ਸ਼ਹਿਰਾਂ ਦਾ ਘਰਾਓ ਕਰਕੇ ਆਪਦਾ ਪ੍ਰੈਸ਼ਰ ਬਿਲਡ ਕੀਤਾ। ਉਦੋਂ ਪਹਿਲਾਂ ਹੋਰ ਵੀ ਜਦੋਂ ਇਹਨਾਂ ਦੇ ਕਲੈਸ਼ਿਸ ਹੋਏ ਨੇ, ਜਿਵੇਂ ਸਿੱਖ ਜਥੇਬੰਦੀਆਂ ਦੇ ਨਾਲ ਇੱਕ ਕੇਸ ਦੇ ਚੱਲਦੇ ਜੋ ਹੈ 6-7 ਉਹਨਾਂ ਨਾਲ ਜਦੋਂ ਕਲੈਸ਼ ਹੋਇਆ ਉਦੋਂ ਵੀ ਪੂਰਾ ਪੰਜਾਬ ਤੇ ਹਰਿਆਣਾ ਮੱਚਿਆ। ਇਹ ਸਾਰੀਆਂ ਸਿਚੁਏਸ਼ਨਾਂ ਨੂੰ ਉਹਨਾਂ ਦੇ ਕੰਡਕਟ ਨੂੰ ਦੇਖਦੇ ਹੋਏ ਇਹੋ ਜਿਹਾ ਰਿਲੀਜ਼ ਕਰਨਾ, ਇਹ ਕਿਤੇ ਨਾ ਕਿਤੇ ਇਹ ਹੈ ਵੀ ਉਹ ਲੋਕਾਂ ਦੀ ਪਰਵਾਹ ਨਹੀਂ ਕਰਦੇ ਜਾਂ ਸਟੇਟ ਦੀ ਪਰਵਾਹ ਨਹੀਂ ਕਰਦੀ ਸਰਕਾਰ, ਤੇ ਐਡਾ ਵੱਡਾ ਰਿਸਕ ਲੈ ਰਹੀ ਹੈ, ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਖਤਰੇ ਤੇ ਵਿੱਚ ਪਾ ਰਹੀ ਹੈ। ਰਵਨੀਤ ਜੀ, ਜੋ ਬਾਬੇ ਦੇ ਉੱਤੇ ਕੇਸ ਚੱਲ ਰਹੇ ਨੇ ਇਸ ਵਕਤ, ਚਾਹੇ ਉਹ ਕਾਸਟ੍ਰੇਸ਼ਨ ਦਾ ਕੇਸ ਹੈਗਾ ਜਾਂ 1-2 ਕਤਲ ਦੇ ਮਾਮਲੇ ਵੀ ਚੱਲ ਰਹੇ ਹੈਗੇ ਨੇ, ਤੇ ਉਹ ਲੋਕ ਇਸ ਕਰਕੇ ਮੂਹਰੇ ਆ ਰਹੇ ਸੀਗੇ ਕਿ ਬਾਬਾ ਅੰਦਰ ਹੈ, ਸਾਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂਗਾ। ਹਾਂਜੀ, ਸਰਸਾ ਜਿਹੜਾ ਡੇਰਾ ਹੈਗਾ ਉਹ ਇਸ ਟਾਈਮ ਪੂਰਾ ਸੁਨਸਾਨ ਪਿਆ ਹੈਗਾ, ਤੇ ਜੇਕਰ ਇਹ ਬਾਹਰ ਆਉਂਦਾ ਤਾਂ ਹੋ ਸਕਦਾ ਕਿ ਉਹ ਲੋਕ ਵੀ ਫਿਰ ਪਿੱਛੇ ਕਦਮ ਲੈ ਲੈਣ। ਦੇਖੋ ਜੀ, ਇਹ ਬਿਲਕੁਲ ਸਹੀ ਗੱਲ ਹੈ। ਮੌਡ ਬਲਾਸਟ ਹੋ ਗਿਆ ਜਾਂ ਫਿਰ ਪੰਜਾਬ ਦੇ ਵਿੱਚ ਸੈਕਰੇਲੇਜ ਦਾ ਮਾਮਲਾ ਹੋ ਗਿਆ, ਜਿਵੇਂ ਕਾਸਟ੍ਰੇਸ਼ਨ ਦਾ ਕੇਸ ਹੋ ਗਿਆ, ਇਹ ਕਈ ਐਸੇ ਮਾਮਲੇ ਨੇ ਜਿਨ੍ਹਾਂ ਦੀ ਜਾਂਚ ਹਜੇ ਚੱਲ ਰਹੀ ਹੈ, ਪੈਂਡਿੰਗ ਹੈ, ਤੇ ਇਹਦੇ ਵਿੱਚ ਵਿਟਨੈਸਿਸ ਨੇ ਵੀ ਅੱਗੇ ਆਉਣਾ ਸੀ, ਐਵੀਡੈਂਸਿਸ ਨੇ ਵੀ ਅੱਗੇ ਆਉਣਾ ਸੀ, ਤੇ ਸਟੇਟਮੈਂਟਾਂ ਰਿਕਾਰਡ ਕਰਾਉਣੇ। ਪਰ ਜਦ ਉਹ ਨਹੀਂ ਆਉਂਦੇ ਅੱਗੇ, ਕਿਉਂਕਿ ਜਦੋਂ ਦੇਖਦੇ ਨੇ ਵੀ ਕੋਈ ਬੰਦਾ ਜਿਹਦੇ ਖਿਲਾਫ ਅਸੀਂ ਬਿਆਨ ਦੇਣੇ ਆ ਜਾਂ ਜਿਹਦੇ ਅੱਗੇ ਅਸੀਂ ਸਿਸਟਮ ਦੇ ਨਾਲ ਜਾਣਾ, ਉਹ ਸਿਸਟਮ ਦਾ ਪਾਰਟ ਹੈ, ਸਿਸਟਮ ਨਾਲ ਚੱਲ ਰਿਹਾ, ਤੇ ਐਡੀ ਵੱਡੀ ਇਨਫਲੂਐਂਸ਼ੀਅਲ ਤਾਕਤ ਹੈ ਵੀ ਉਹਨੂੰ ਹਜੇ ਵੀ VIP ਕਨਵਿਕਸ਼ਨ ਤੋਂ ਬਾਅਦ ਵੀ VIP ਟਰੀਟਮੈਂਟ ਦਿੱਤਾ ਜਾਂਦਾ ਹੈ। ਉਹਨੂੰ ਜਿਹੜੇ ਹਰਿਆਣੇ ਦੇ ਮਿਨਿਸਟਰਸ ਨੇ VIP ਮੂਵਮੈਂਟ ਕਹਿ ਕੇ ਉਹਨੂੰ ਡੀਲ ਕਰਦੇ ਨੇ, ਤਾਂ ਉਸ ਬੰਦੇ ਨੂੰ ਜੋ ਹੈ ਅਪਰਾਧੀ ਦੇ ਰੂਪ ਦੇ ਵਿੱਚ ਨਹੀਂ, ਆਮ ਆਦਮੀ ਦੇ ਵਾਂਗੂ ਨਹੀਂ ਦੇਖਿਆ ਜਾਂਦਾ, ਹਜੇ ਵੀ VIP ਦੇ ਰੂਪ 'ਚ ਦੇਖਿਆ ਜਾ ਰਿਹਾ। ਤਾਂ ਕਿਤੇ ਨਾ ਕਿਤੇ ਜੋ ਬੰਦੇ ਨੇ ਹਿੰਮਤ ਕਰਕੇ ਕੋਈ ਨਾ ਕੋਈ ਸੱਚ ਨੂੰ ਅੱਗੇ ਲਿਆਉਣਾ ਹੁੰਦਾ, ਉਹਦੇ ਵਿੱਚ ਜੋ ਹੈ ਡਰ ਦਾ ਮਾਹੌਲ ਜ਼ਰੂਰ ਅੱਗੇ ਆਉਂਦਾ। ਬਿਲਕੁਲ। ਇਸ ਮਾਮਲੇ ਨਾਲ ਜੁੜੇ ਹੋਏ ਇੱਕ ਹੋਰ ਸ਼ਖਸ ਮੇਰੇ ਨਾਲ ਖੜੇ ਨੇ, ਖੱਟਾ ਸਿੰਘ ਜੀ। ਖੱਟਾ ਜੀ, ਤੁਸੀਂ ਮੇਨ ਗਵਾਹ ਹੋ, ਚਾਹੇ ਬਾਬੇ ਨੂੰ ਸਜ਼ਾ ਹੋ ਗਈ ਹੈ ਕਿਸੇ ਮਾਮਲੇ 'ਚ, ਚਾਹੇ ਉਹ ਕੇਸ ਦੇ ਵਿੱਚ ਚੱਲ ਰਿਹਾ ਹੈਗਾ, ਤੁਸੀਂ ਆਪਣੀ ਜਾਨ ਜੋਖਿਮ 'ਚ ਪਾ ਕੇ ਇਹ ਗਵਾਹੀਆਂ ਦਿੱਤੀਆਂ ਨੇ, ਤੇ ਹੁਣ 24 ਤਰੀਕ ਦਾ ਇਹ ਮਾਮਲਾ ਸਿਰਫ 2 ਦਿਨ ਪਹਿਲਾਂ ਸਾਹਮਣੇ ਆਇਆ ਹੈਗਾ, ਤੇ ਉਹ ਵੀ ਕਿਸੇ ਇੰਗਲਿਸ਼ ਅਖਬਾਰ ਦੇ ਵਿੱਚ ਖਬਰ ਲੱਗੀ ਕਿ ਬਾਬੇ ਨੂੰ ਪੈਰੋਲ ਕੱਢ ਕੇ 24 ਘੰਟੇ ਵਾਸਤੇ ਬਾਹਰ ਰੱਖਿਆ ਗਿਆ। ਦੇਖਿਆ ਗਿਆ ਕਿ ਲੋਕਾਂ ਦੇ ਵਿੱਚ ਕੀ ਇਫੈਕਟ ਪੈਂਦਾ, ਕਿਹਨੂੰ ਪਤਾ ਲੱਗਦਾ। 300 ਬੰਦਾ ਉਹਦੇ ਤੇ ਲਾਇਆ ਗਿਆ ਸਿਕਿਉਰਿਟੀ ਦਾ। ਤੁਸੀਂ ਕਿਵੇਂ ਦੇਖ ਰਹੇ ਹੋ? ਮੈਂ ਇਹਨੂੰ ਬਹੁਤ ਨਿੰਦਨੀय ਕਹਿੰਦਾ ਵੀ ਬਹੁਤ ਘਟੀਆ ਵੀ ਇੱਕ ਆਮ ਜੇ ਪਬਲਿਕ 'ਚ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਹੁੰਦਾ ਉਹਨੂੰ ਬਿਲਕੁਲ ਕਿਤੇ ਛੁੱਟੀ ਨਹੀਂ ਮਿਲਦੀ ਇੱਕ ਦਿਨ ਦੀ ਵੀ। ਕੋਈ ਉਹਦੀ ਮਾਂ ਬਿਮਾਰ ਹੈ, ਚਾਹੇ ਉਹਨਾਂ ਦੀ ਮਰਗ ਵੀ ਹੋ ਗਈ ਤਾਂ ਵੀ ਕਿਸੇ ਨੂੰ ਕੋਈ ਪੁੱਛਦਾ ਨਹੀਂ। ਆਪਣੇ ਸਿੱਖ ਜਥੇਬੰਦੀਆਂ 'ਚ ਜਾਂ ਕੋਈ ਹੋਰ ਕੋਈ ਵੀ ਸਾਰੇ ਆਪਾਂ ਕੀ ਕਹਿ ਸਕਦੇ ਹਾਂ ਵੀ ਕਿਸੇ ਦੇ ਵੀ ਇਸ ਤਰ੍ਹਾਂ ਦੇ ਇੰਨੇ ਅਪਰਾਧ ਘੱਟ ਤੋਂ ਛੋਟੇ ਹੁੰਦੇ ਆ, ਉਹਨਾਂ ਨੂੰ ਵੀ ਕੋਈ ਛੁੱਟੀ ਨਹੀਂ ਦਿੰਦਾ ਇੱਕ ਦਿਨ ਦੀ, ਜਾਂ ਉਹਨਾਂ ਦਾ ਕੋਈ ਮਰਗ ਹੋ ਜਾਏ ਜਾਂ ਕੋਈ ਮੌਕੇ 'ਤੇ ਬਿਮਾਰ ਹਸਪੀਟਲ 'ਚ ਹੋਏ, ਕੋਈ ਨਹੀਂ ਪੁੱਛਦਾ। ਪਰ ਇਸ ਬੰਦੇ ਨੇ 2 ਬਲਾਤਕਾਰ ਕੁੜੀਆਂ ਦੇ 2 ਕੇਸ ਉਹ ਹੋ ਗਏ, ਇੱਕ ਰਾਮਚੰਦਰ ਛਤਰਪਤੀ ਵਾਲਾ ਹੋ ਗਿਆ, ਉਹ 'ਚ ਉਮਰ ਕੈਦ ਹੋ ਗਈ। ਰਣਜੀਤ ਸਿੰਘ ਵਾਲਾ ਅੱਗੇ ਆਉਣ ਵਾਲਾ, ਚਾਹੇ ਮਹੀਨੇ ਨੂੰ ਆ ਜਾਏ 2 ਮਹੀਨਿਆਂ ਨੂੰ ਆ ਜਾਏ। ਫਿਰ ਜਿਹੜੇ ਆਪਰੇਸ਼ਨ ਹੋਏ ਬੱਚਿਆਂ ਦੇ, ਉਹਨਾਂ ਦੇ ਕੇਸ ਚੱਲ ਰਹੇ, ਉਹਨਾਂ 'ਚ ਕਈ ਬੰਦੇ ਮੈਨੂੰ ਸੰਪਰਕ ਸੀਗੇ, ਉਹਨਾਂ ਨੇ ਅਗਵਾਈਆਂ ਦੇਣੀਆਂ ਸੀ ਅੱਗੇ ਵੀ ਅਸੀਂ ਵੀ ਆਪਦੇ ਜਿਹੜੇ ਸਾਡੇ ਨਾਲ ਜੋ ਹੱਡਬੀਤੀ ਹੋਈ ਹੈ ਸਾਨੂੰ ਅਸੀਂ ਸੱਚਾਈ ਦੱਸਣਾ ਚਾਹੁੰਦੇ ਹਾਂ। ਅਸੀਂ ਇਹੀ ਕਿਹਾ ਸੀ ਵੀ ਤੁਸੀਂ ਆਪਦੀ ਸੱਚਾਈ ਦੱਸੋ, ਅਸੀਂ ਕੋਈ ਝੂਠ ਮਰਵਾ ਕੇ ਜਾਂ ਕੋਈ ਸਾਨੂੰ ਉਹਨੂੰ ਗਲਤ ਫਸਾ ਕੇ ਅਸੀਂ ਕੋਈ ਨਹੀਂ ਇਹ 'ਚ ਕੰਮ ਕਰਦੇ। ਪਰ ਉਹ ਅੱਜ ਲੜਕੀਆਂ ਵੀ ਕੋਈ ਗੁਪਤ ਅੰਗ ਕੱਢੇ, ਉਹ ਲੜਕੀਆਂ ਵੀ ਕੁਝ ਸੰਪਰਕ ਸੀ, ਉਹ ਵੀ ਕੋਸ਼ਿਸ਼ ਕਰ ਰਹੇ ਸੀ ਵੀ ਉਹ ਵੀ ਆਪਦੀ ਸੱਚ ਦੱਸਣਗੀਆਂ। ਪਰ ਉਹਨਾਂ 'ਤੇ ਸਾਰੀਆਂ 'ਤੇ ਅੱਜ ਸਾਡੇ ਕੀਤੀਆਂ 'ਤੇ ਪਾਣੀ ਫਿਰ ਗਿਆ। ਜਿਹੜਾ ਇੱਕ ਦਿਨ ਦੀ ਛੁੱਟੀ, ਅੱਛਾ ਫਿਰ ਉਹਦੀ ਮਾਤਾ ਬਿਮਾਰ ਹੁੰਦੀ ਹਨ ਵੀ ਪਤਾ ਲੱਗ ਗਿਆ ਵੀ ਬਿਮਾਰ ਹੈ, ਫਿਰ ਕੋਈ ਉਹਦਾ ਵਿਰੋਧ ਨਹੀਂ ਕਰਦਾ ਸੀ ਵੀ ਚਲੋ ਬਿਮਾਰ ਹੈ ਤਾਂ ਜਾ ਸਕਦਾ ਹੈ। ਪਰ ਬਿਮਾਰ ਤਾਂ ਉਹ ਹੈ ਹੀ ਨਹੀਂ ਸੀ, ਉਹ ਤਾਂ ਇੱਕ ਦਿਨ ਵਾਸਤੇ ਉੱਥੇ ਮੈਡੀਕਲ ਦਾਖਲ ਹੋ ਕੇ ਅਤੇ 12 ਘੰਟਿਆਂ ਦੀ ਇਹਨੂੰ ਜਦੋਂ ਛੁੱਟੀ ਦਿੱਤੀ ਗਈ ਹੈ, ਛੁੱਟੀ 'ਚ ਲਿਆ ਕੇ ਉੱਥੇ ਉਹਨੂੰ ਸਾਰਾ ਬੇਸਮੈਂਟ ਦੇ ਅੰਦਰ ਲਗਾਏ ਆ, ਉੱਤੋਂ ਉਹ ਵਾਰਡ ਸਾਰਾ ਖਾਲੀ ਕਰਾ ਦਿੱਤਾ ਗਿਆ। ਉੱਥੇ ਮੀਟਿੰਗਾਂ ਕਰਾਈਆਂ ਇਹਨਾਂ ਦੀਆਂ, ਨਾ ਕਿ ਕੋਈ ਉਹਦੇ ਬਿਮਾਰ ਦਾ ਪਤਾ ਹੈ। ਇਹ ਸਰਕਾਰ ਨੇ ਕਿਉਂ ਇਹ ਵੋਟ ਬੈਂਕ ਦੀ ਖਾਤਰ ਕਰ ਰਹੀ ਹੈ
ਕਿਉਂ ਇਹ ਕਿ ਸਾਡੇ ਵਰਗਿਆਂ ਨੂੰ ਡਰਾਉਣ ਦੀ ਖਾਤਰ ਵੀ ਜਿਹੜੇ ਇਹ ਅੱਗੇ ਆਉਣਾ ਚਾਹੁੰਦੇ ਆ ਉਹਨੂੰ ਹੋਰ ਮਤਲਬ ਉਹਦੇ ਦੋਸਤ ਜਿਹੜੇ ਅੱਗੇ ਆਉਣਾ ਚਾਹੁੰਦੇ ਆ ਵੀ ਉਹ ਅੱਗੇ ਨਾ ਆਉਣ, ਕਿ ਇਹ ਮਕਸਦ ਹੈ ਸਰਕਾਰ ਦਾ। ਇਹ ਤੇ ਬਹੁਤ ਵੱਡੇ ਮਸਲੇ ਸਵਾਲ ਖੜੇ ਹੁੰਦੇ। ਖੱਟਾ ਸਿੰਘ ਜੀ, ਹਾਲਾਂਕਿ ਆਪਾਂ ਇਹ ਜਿਹੜੀ ਗੱਲਾਂ ਹੈਗੀਆਂ ਇਹ ਕਿੰਨੇ ਕੁ ਤੱਥ ਤੇ ਸਹੀ ਹੈ ਕਿੰਨੇ ਕੁ ਨਹੀਂ ਸਾਨੂੰ ਨਹੀਂ ਪਤਾ, ਪਰੰਤੂ ਆਪਾਂ ਇੱਕ ਕਿਆਸ ਰਾਈਆਂ ਲਗਾ ਕੇ ਚੱਲ ਰਹੇ ਹਾਂ ਕਿਉਂਕਿ ਸਰਕਾਰ ਨੇ ਜਿਸ ਸੀਕ੍ਰੇਟ ਤਰੀਕੇ ਨਾਲ ਕੰਮ ਕੀਤਾ ਤਾਂ ਸਾਫ਼ ਹੈ ਕਿ ਸਰਕਾਰ ਦੀ ਨੀਤ ਹੈ ਜਿਹੜੀ ਉਹ ਸਾਫ਼ ਨਹੀਂ ਸੀਗੀ। ਕਹਿੰਦੇ ਵੀ ਉੱਥੇ ਹਨੀਪ੍ਰੀਤ ਨਾਲ ਵੀ ਮੁਲਾਕਾਤ ਕਰਵਾਏਗੀ ਬਾਬੇ ਦੀ। ਦੱਸਣ ਵਾਲੇ ਇਹੀ ਦੱਸਦੇ ਆ, ਸੂਤਰਾਂ ਤੋਂ ਇਹ ਪਤਾ ਲੱਗਿਆ ਵੀ ਹਨੀਪ੍ਰੀਤ ਵੀ ਸੀ, ਕੁਛ ਮੇਨ ਬੰਦੇ ਜਿਹੜੇ ਇਹਦੇ ਖਾਸ ਸੀਗੇ ਉਹ ਸੀਗੇ, ਪਰਿਵਾਰ ਸੀ। ਉੱਥੇ ਦੱਸਦੇ 2-3 ਕਮਰੇ ਵੀ ਉਹ ਕੋਈ ਲੈ ਗਏ ਆ, ਉਹਨਾਂ 'ਚ ਅੱਡੋ-ਅੱਡੀ ਇਹਨਾਂ ਦੀਆਂ ਮੀਟਿੰਗਾਂ ਹੋਈਆਂ, ਮਾਤਾ ਨਾਲ ਅੱਡ ਹੋਈ ਆ, ਉਹਨਾਂ ਬੰਦਿਆਂ ਨਾਲ ਕੁਛ ਤੇ ਆਪਣੇ ਮੋਬਾਈਲ ਰਾਹੀਂ ਬਾਹਰ ਆਪਣੇ ਜਿਹੜੇ ਇਹਨਾਂ ਦੇ ਖਾਸ ਸੀ ਉਹਨਾਂ 'ਤੇ ਮੋਬਾਈਲ ਰਾਹੀਂ ਗੱਲ ਹੋਈ ਹੈ। ਅਤੇ ਉਹ ਮੀਟਿੰਗਾਂ ਕੀ ਹੋਈਆਂ ਸਾਡੇ ਵਰਗਿਆਂ ਦੇ ਦਬਾਉਣ ਦੀ ਖਾਤਰ ਹੋਈਆਂ ਕਿ ਕੋਈ ਗਾਂ ਰਾਜਨੀਤੀ ਸਰਕਾਰ ਨੇ ਕੋਈ ਐਸੀ ਉਹਨੂੰ ਛੁੱਟੀ ਦੇ ਕੇ ਕੀਤਾ ਵੀ ਉਹਨੂੰ ਤੁਸੀਂ ਮੀਟਿੰਗਾਂ ਕਰੋ, ਸਾਡੀ ਫਾਇਦਾ ਕਰੋ, ਗਾਂ ਪੰਜਾਬ ਦੇ ਇਲੈਕਸ਼ਨ ਆ ਰਹੇ ਆ, ਹੋਰ ਆ ਰਹੇ ਆ, ਉਸ ਦਾ ਕਿ ਇਹ ਇੱਕ ਆਮ ਬੰਦੇ ਵਾਸਤੇ ਮਤਲਬ ਦੇਖੀਏ ਤਾਂ ਕੋਈ ਅੱਗੇ ਜੇ ਕੋਈ ਸੱਚ ਵਾਸਤੇ ਬੋਲਣਾ ਚਾਹੁੰਦਾ ਉਹ ਬਹੁਤ ਸੋਚੂਗਾ ਵੀ ਇਹ ਸਰਕਾਰ ਦਾ ਪਤਾ ਨਹੀਂ ਇਹਨੂੰ ਕੱਲ੍ਹ ਨੂੰ ਵਰੀ ਕਰਕੇ ਲਿਆ ਕੇ ਡੇਰੇ ਬਿਠਾ ਦੇ, ਵੀ ਇਸ ਕਰਕੇ ਬਹੁਤ ਨਿੰਦਣੀय ਕਹਿ ਸਕਦੇ ਹਾਂ, ਇਹ ਤਾਂ ਬਹੁਤ ਘਟੀਆ ਗੱਲ ਹੋਈ ਹੈ। ਜੇ ਖੱਟਾ ਸਿੰਘ ਜੀ ਆਪਾਂ ਡੇਰੇ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਡੇਰੇ ਦਾ ਵਿਵਾਦ ਕਾਫੀ ਟਾਈਮ ਤੋਂ ਜੋ ਕੁਰਸੀ ਖਾਲੀ ਪਈ ਹੈ ਹੁਣ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਉਹਦਾ ਵਿਵਾਦ ਹੈ ਕਿਉਂਕਿ ਕਹਿੰਦੇ ਵੀ ਬਾਬੇ ਦਾ ਪਰਿਵਾਰ ਕਹਿ ਰਿਹਾ ਵੀ ਉਹ ਸਾਨੂੰ ਬਾਬਾ ਬਿਠਾਵੇ ਉੱਪਰ ਤੇ ਹਨੀਪ੍ਰੀਤ ਆਪਣਾ ਜ਼ੋਰ ਲਾ ਰਹੀ ਹੈ। ਕਿਤੇ ਇਹੀ ਇੱਕ ਵਜ੍ਹਾ ਤਾਂ ਨਹੀਂ ਸੀ ਜਿਹਦੇ ਕਰਕੇ ਬਾਬੇ ਨੂੰ ਬਾਹਰ ਵੀ ਆਉਣਾ ਪਿਆ? ਇਹ ਵੀ ਹੋ ਸਕਦਾ, ਇਹ ਵੀ ਮੰਨਣ 'ਚ ਆ ਸਕਦੀ ਹੈ ਕਿਉਂਕਿ ਪਰਿਵਾਰ ਦਾ ਅੱਡ ਮਕਸਦ ਹੋਵੇ ਉਹ ਆਦੇ ਵੀ ਇਹ ਜੇ ਹਨੀਪ੍ਰੀਤ ਕੋਲੇ ਇਹ ਬਾਂਗਡੋਰ ਨਹੀਂ ਜਾਣੀ ਚਾਹੀਦੀ। ਅਤੇ ਗੁਰਮੀਤ ਸਿੰਘ ਦਾ ਜਿੱਥੋਂ ਤਾਈਂ ਲੋਕ ਕਹਿੰਦੇ ਆ ਸੋਚ ਹੈ ਵੀ ਉਹ ਹਨੀਪ੍ਰੀਤ ਨੂੰ ਕਹਿੰਦਾ ਵੀ ਹਨੀਪ੍ਰੀਤ ਨੂੰ ਅੱਗੇ ਲਿਆਉਣੇ ਆ। ਇਹ ਤੇ ਵੀ ਹੋ ਸਕਦੇ ਵੀ ਦੋਨਾਂ ਨੂੰ ਇਕੱਠਿਆਂ ਨੂੰ ਕਰਕੇ ਕੋਈ ਵਿਚਾਲੜਾ ਰਸਤਾ ਕੱਢਦੇ ਹੋਣ ਜਾਂ ਕਿਵੇਂ। ਇਹ ਸਾਰੀਆਂ ਗੱਲਾਂ ਮਤਲਬ ਇਹ ਬਹੁਤ ਜੇ ਆਮ ਆਪਾਂ ਕੇਸ ਨੂੰ ਸੋਚੀਏ ਤਾਂ ਇਹ ਸਾਡੇ ਵਰਗੇ ਗਾਂ ਕੇਸ ਆਉਣ 'ਚ ਉਹਨਾਂ ਚੀਜ਼ਾਂ 'ਤੇ ਬਹੁਤ ਅਸਰ ਪਾਊਗਾ ਜਿਹੜੇ ਇੱਕ ਦਿਨ ਦੀ ਇਹਨੂੰ ਛੁੱਟੀ ਦਿੱਤੀ ਗਈ ਹੈ ਔਰ 300 ਬੰਦਾ ਪੁਲਿਸ ਦਾ ਨਾਲ ਭੇਜਿਆ ਗਿਆ, ਗੱਡੀਆਂ, ਔਰ ਇਹ ਸਾਰਾ ਜੇ ਬਾਈ ਚਾਂਸ ਕੁਦਰਤੀ ਪਰਮਾਤਮਾ ਨਾ ਕਰੇ ਜੇ ਕਿਸੇ ਨੂੰ ਭਿਣਕ ਲੱਗ ਜਾਂਦੀ, ਮੰਨ ਲਓ 1 ਮਿੰਟ ਭਿਣਕ ਲੱਗ ਜਾਂਦੀ ਸਿੱਖ ਜਥੇਬੰਦੀਆਂ ਨੂੰ ਜਾਂ ਇਹਨਾਂ ਦੇ ਪ੍ਰੇਮੀਆਂ ਨੂੰ, ਉੱਥੇ ਕਿਤੇ ਰਾਹ 'ਚ ਇਕੱਠੇ ਹੋ ਜਾਂਦੇ ਤਾਂ ਦੂਜਾ ਪੰਚਕੂਲਾ ਫਿਰ ਦੁਬਾਰੇ ਬਣ ਜਾਂਦਾ। ਇਸ ਕਰਕੇ ਸਰਕਾਰ ਦੁਬਾਰੇ ਇਹ ਅਕਸਰਾਂ ਦੇ ਹੱਥ ਕੰਡੇ ਅਪਣਾ ਰਹੀ ਹੈ ਕਿ ਦੁਬਾਰਾ ਵੋਟ ਬੈਂਕ ਨੂੰ ਖੜਾ ਕਰਨਾ ਚਾਹੁੰਦੀ ਹੈ ਕਿ ਇਹ ਕੀ ਕਾਰਨ ਹੈ, ਇਹਨੂੰ ਕਿਉਂ ਇੱਕ ਦਿਨ ਜੇ ਉਹਦੀ ਮਾਤਾ ਬਿਮਾਰ ਹੁੰਦੀ ਕੋਈ ਵਿਰੋਧ ਨਹੀਂ ਕਰਦਾ ਸੀ। ਇਸ ਬੰਦੇ ਨੂੰ ਇੰਨਾ ਕ੍ਰਿਮੀਨਲ ਬੰਦੇ ਜਿਹੜੇ ਹਜੇ ਕੇਸ ਆਉਣ ਵਾਲੇ ਪਏ ਹੈ, ਆਪਣੇ ਰਣਜੀਤ ਸਿੰਘ ਵਾਲਾ ਫੈਸਲਾ ਹੋਣ ਵਾਲਾ ਪਿਆ, ਉਦੋਂ ਪਹਿਲਾਂ ਇਹਨੇ 1 ਦਿਨ ਦੀ ਛੁੱਟੀ ਇਹਨੂੰ ਕਿਉਂ ਦਿੱਤੀ ਗਈ, ਕਿਸ ਕਾਰਨ, ਇਹ ਹੌਲੀ ਹੌਲੀ ਆਉਣ ਵਾਲੇ ਟਾਈਮ 'ਚ ਪਤਾ ਵੀ ਲੱਗ ਜੂ ਇਸ ਚੀਜ਼ ਦਾ। ਹਾਂਜੀ, ਤੇ ਕੀ ਚਾਹੁੰਦੇ ਹੋ ਤੁਹਾਡੇ ਮੁਤਾਬਕ, ਮਤਲਬ ਸਰਕਾਰ ਨੂੰ ਕੀ ਕਰਨਾ ਚਾਹੀਦਾ ਸੀ ਕੀ ਨਹੀਂ ਸੀ ਕਰਨਾ ਚਾਹੀਦਾ? ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜਿੰਨਾ ਚਿਰ ਇਹ ਕੇਸ ਚੱਲ ਰਹੇ ਹੈ, ਹਜੇ ਨਪੁੰਸਕ ਜਿਹੜੇ ਬਣਾਏ ਉਹ ਕੇਸ ਹੈ ਉਹ ਨੂੰ ਰਣਜੀਤ ਸਿੰਘ ਵਾਲਾ ਫੈਸਲਾ ਆਉਣ ਵਾਲਾ ਉਸ ਨੂੰ, ਇਹਨਾਂ ਕੇਸਾਂ ਜਿੰਨਾ ਚਿਰ ਚੱਲਦਾ ਉਹਨਾਂ ਚਿਰ ਕੋਈ ਛੁੱਟੀ ਕੋਈ ਇਹਨੂੰ ਇਸ ਤਰ੍ਹਾਂ ਦੇ ਕੋਈ ਰਿਲੀਫ ਨਹੀਂ ਮਿਲਣੀ ਚਾਹੀਦੀ, ਅਸੀਂ ਇਹ ਚਾਹੁੰਦੇ ਹਾਂ। ਰਵਨੀਤ ਜੀ, ਹਾਈ ਕੋਰਟ ਦੇ ਵਿੱਚੋਂ ਬੇਲ ਇਹਨਾਂ ਦੀ ਰਿਜੈਕਟ ਹੋਈ ਸੀਗੀ ਤੇ ਇਸ ਕਰਕੇ ਇਹ ਕਾਰਨ ਲੱਭਿਆ ਗਿਆ ਕਿ ਬਾਹਰ ਜਾ ਕੇ ਇਹਨਾਂ ਨੂੰ ਪੈਰੋਲ ਦੇ ਸਿਰ ਤੇ ਬਾਹਰ ਕੱਢਿਆ ਗਿਆ। ਹੋ ਸਕਦਾ ਕਿ ਸੈਕੰਡ ਟਾਈਮ ਫੇਰ ਇਹ ਗੱਲ ਸਾਹਮਣੇ ਆਵੇ। ਦੇਖੋ ਜੀ, ਇਹ ਤਾਂ ਹੁਣ ਜਾਂਚ ਦਾ ਵਿਸ਼ੇ ਹੈ ਵੀ ਕਿਹੜੇ ਅਫਸਰਾਂ ਨੇ ਇਹ ਕਿਵੇਂ ਕੀਤਾ, ਕਿਵੇਂ ਜ਼ਿੰਮੇਵਾਰੀ ਲਈ ਹੈ, ਕਿਉਂਕਿ ਇਹ ਰੀਜ਼ਨ ਪਹਿਲਾਂ ਵੀ ਸੀਗਾ ਪੈਰੋਲ ਦਾ। ਮਾਤਾ ਦੀ ਹੈਲਥ ਨੂੰ ਲੈ ਕੇ ਇਹਨਾਂ ਨੇ ਪਹਿਲਾਂ ਪੈਰੋਲ ਲਾਈ ਜੋ ਪਹਿਲਾਂ ਰਿਜੈਕਟ ਕੀਤੀ ਗਈ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ, ਫਿਰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਲਾਈ। ਹਾਈ ਕੋਰਟ ਨੇ ਉਦੋਂ ਆਰਡਰ ਕਰਕੇ ਇੱਕ ਮੈਡੀਕਲ ਬੋਰਡ ਦਾ ਗਠਨ ਕੀਤਾ ਤੇ ਉਹਨਾਂ ਨੇ ਜਾਂਚ ਕੀਤੀ ਤੇ ਪਾਇਆ ਗਿਆ ਵੀ ਹੈਲਥ ਇੰਨੀ ਸੀਰੀਅਸ ਨਹੀਂ ਹੈ ਜੋ ਐਮਰਜੈਂਸੀ ਉਹਨਾਂ ਨੇ ਆਪਦੀ ਪੈਰੋਲ ਦੀ ਐਪਲੀਕੇਸ਼ਨ 'ਚ ਦਿਖਾਈ ਗਈ, ਉਹੀ ਜੀ ਕੋਈ ਸੀਰੀਅਸਨੈਸ ਸੀਗੀ ਨਹੀਂ ਤੇ ਜਿਹਦੇ ਚੱਲਦੇ ਇਹਨਾਂ ਦੀ ਪੈਰੋਲ ਦੀ ਐਪਲੀਕੇਸ਼ਨ ਰਿਜੈਕਟ ਹੋਈ। ਕੀ ਇਹ ਪ੍ਰੋਸੀਜਰ ਜੋ ਪ੍ਰੋਟੋਕੋਲ ਹਾਈ ਕੋਰਟ ਨੇ ਸੈੱਟ ਕਰਤਾ ਸੀ ਇਸ ਕਨਵਿਕਟ ਦੇ ਮਾਮਲੇ ਦੇ ਵਿੱਚ, ਕੀ ਐਤਕੀ ਫੋਲੋ ਕੀਤਾ ਗਿਆ ਕਿ ਨਹੀਂ ਕੀਤਾ ਗਿਆ? ਹਾਲਾਂਕਿ ਸਭ ਜਾਣਦੇ ਵੀ ਇਹ ਪੋਲੀਟੀਕਲੀ ਮੋਟੀਵੇਟਡ ਜਿਹੜਾ ਰਿਲੀਜ਼ ਕਰਾਇਆ ਹੈ ਬਾਬੇ ਨੂੰ ਜਾਂ ਉਹਦੇ ਸ਼ਰਧਾਲੂਆਂ ਨੂੰ ਖੁਸ਼ ਕਰਨ ਦੀ ਇੱਕ ਕਿਆਸ ਕੀਤੀ ਗਈ ਹੈ, ਪਰ ਕੀ ਐਸੀ ਸਟੇਟ ਦੀ ਬਾਗਡੋਰ ਐਸੇ ਬੰਦੇ ਦੇ ਹੱਥ ਦੇ ਵਿੱਚ ਠੀਕ ਹੈ ਜੋ ਐਡਾ ਵੱਡਾ ਰਿਸਕ ਲੈ ਸਕਦਾ ਸਟੇਟ ਦਾ ਤੇ ਜਾਨ ਮਾਲ ਦਾ ਤੇ ਲੋਕਾਂ ਦਾ ਤੇ ਪ੍ਰਸ਼ਾਸਨ ਦੇ ਸਿਸਟਮ ਦਾ, ਇਸ ਲੈਵਲ ਤੇ ਰਿਸਕ ਲੈ ਸਕਦੇ ਨੇ ਵੋਟ ਬੈਂਕ ਦੇ ਲਈ? ਮੈਂ ਸਮਝਦਾ ਇਹ ਬੜਾ ਹੀ ਗਲਤ ਸਟੈਪ ਜਿਹੜਾ ਹੈ ਪੈਰੋਲ ਦਾ, ਇਹਨੂੰ ਇਸ ਰੂਪ ਦੇ ਵਿੱਚ ਕਸਟਡੀ ਦੇ ਵਿੱਚ ਜਿਹੜਾ ਬਾਹਰ ਲੈ ਕੇ ਜਾਣਾ ਬੜਾ ਹੀ ਰਿਸਕੀ ਸਟੈਪ ਸੀਗਾ ਤੇ ਇਹਦੀ ਕੋਈ ਨਾ ਕੋਈ ਅਕਾਊਂਟੇਬਿਲਟੀ, ਇਹਦੀ ਜਾਂਚ ਹੋਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ। ਸੋ ਇਸ ਐਡਵੋਕੇਟ ਰਵਨੀਤ ਤੇ ਖੱਟਾ ਸਿੰਘ ਜੀ ਇਹਨਾਂ ਨੇ ਦੱਸਿਆ ਹੈਗਾ ਕਿ ਰਾਮ ਰਹੀਮ ਨੂੰ 24 ਘੰਟੇ ਵਾਸਤੇ 24 ਅਕਤੂਬਰ ਨੂੰ ਜੇਲ੍ਹ 'ਚੋਂ ਬਾਹਰ ਕੱਢਿਆ ਜਾਂਦਾ ਤੇ 24 ਘੰਟੇ ਬਾਅਦ ਉਹਨਾਂ ਨੂੰ ਵਾਪਸ ਲਿਆਇਆ ਜਾਂਦਾ
ਤੇ ਉਹਨਾਂ ਨੂੰ ਬਾਹਰ ਲਿਜਾਣ ਤੋਂ ਪਹਿਲਾਂ ਜੋ ਪਲੀ ਤਿਆਰ ਕੀਤੀ ਗਈ ਹੈ ਕਿ ਉਹਨਾਂ ਦੀ ਮਦਰ ਹੈ ਉਹ ਜੋ ਆਪਣੇ ਉਹਨਾਂ ਨੂੰ ਕੋਈ ਦਿਲ ਦੀ ਬਿਮਾਰੀ ਹੈਗੀ ਹੈ ਉਸ ਦੇ ਇਲਾਜ ਵਾਸਤੇ ਗੁੜਗਾਉਂ ਦੇ ਕਿਸੇ ਹਸਪੀਟਲ ਦੇ ਵਿੱਚ ਉਹ ਐਡਮਿਟ ਹੋਏ ਨੇ ਤੇ ਕਹਿਣ ਦੇ ਅਨੁਸਾਰ ਤਾਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸਿਰਫ ਇੱਕ ਦਿਨ ਪਹਿਲਾਂ ਹੀ ਉਹ ਐਡਮਿਟ ਹੋਏ ਨੇ ਤੇ ਉੱਥੇ ਜਾ ਕੇ ਰਾਮ ਰਹੀਮ ਦੀ ਮੁਲਾਕਾਤ ਹਨੀਪ੍ਰੀਤ ਨਾਲ ਵੀ ਕਰਵਾਈ ਗਈ ਹੈ ਜਾਂ ਹੋਰ ਡੇਰੇ ਦੇ ਅਹੁਦੇਦਾਰ ਸੀ ਉਹਨਾਂ ਨਾਲ ਵੀ ਕਰਵਾਈ ਗਈ ਹੈ, ਉਹਦੀ ਫੈਮਿਲੀ ਨਾਲ ਵੀ ਕਰਵਾਈ ਗਈ ਹੈ। ਅਲੱਗ-ਅਲੱਗ ਕਮਰੇ ਤਿਆਰ ਕੀਤੇ ਗਏ ਸੀ ਤਾਂ ਕਿ 2-3 ਸਾਲ ਤੋਂ ਜੋ ਬਾਬੇ ਨਾਲ ਉਹਨਾਂ ਦੀ ਕਨਵਰਸੇਸ਼ਨ ਉਹ ਅਧੂਰੀ ਪਈ ਸੀ ਉਹ ਪੂਰੀ ਕੀਤੀ ਜਾ ਸਕਦੀ, ਪਰੰਤੂ ਇਸ ਸਾਰੇ ਦੇ ਵਿੱਚ 300 ਮੁਲਾਜ਼ਮ ਸੁਰੱਖਿਆ ਵਾਸਤੇ ਬਾਬੇ ਦੇ ਨਾਲ ਗਿਆ ਤੇ ਸੀਕ੍ਰੇਟ ਤਰੀਕੇ ਦੇ ਨਾਲ ਹਰਿਆਣਾ ਗਵਰਨਮੈਂਟ ਵੱਲੋਂ ਇਹ ਸਾਰਾ ਪਲਾਨ ਤਿਆਰ ਕੀਤਾ ਗਿਆ ਤੇ ਬਾਬੇ ਦੀ ਮੁਲਾਕਾਤ ਕਰਵਾਈ ਗਈ। ਆਖਿਰ ਕਿਉਂ? ਕੀ ਇਹ ਵੋਟ ਬੈਂਕ ਦੀ ਰਾਜਨੀਤੀ ਹੋ ਰਹੀ ਹੈ ਕਿ ਜਾਂ ਲੋਕਾਂ ਦੀ ਜੋ ਜਾਨ ਮਾਲ ਹੈਗੀ ਆ ਉਹਨੂੰ ਜੋਖਮ ਦੇ ਵਿੱਚ ਪਾਇਆ ਜਾ ਰਿਹਾ? ਕਿਉਂਕਿ ਬਾਬੇ ਨੂੰ ਗ੍ਰਿਫਤਾਰ ਕਰਨ ਵਾਸਤੇ ਪਹਿਲਾਂ ਵੀ 60-65 ਬੰਦਿਆਂ ਨੂੰ ਆਪਣੀ ਜਾਨ ਦੇਣੀ ਪਈ ਸੀ ਤੇ ਕੀ ਹੁਣ ਨਵਾਂ ਪੰਚਕੂਲਾ ਨਹੀਂ ਬਣੇਗਾ ਅਗਰ ਬਾਬਾ ਦੁਆਰਾ ਜੇਲ੍ਹ ਤੋਂ ਬਾਹਰ ਆਉਂਦਾ ਹੈ? ਸਵਾਲ ਬਹੁਤ ਜ਼ਿਆਦਾ ਖੜੇ ਨੇ ਤੇ ਸਾਰੇ ਹੀ ਹਰਿਆਣਾ ਸਰਕਾਰ ਦੇ ਉੱਤੇ ਆਰੋਪ ਲੱਗ ਰਹੇ ਨੇ। ਇਸ ਵਿਸ਼ੇ ਦੀ ਜਾਂਚ ਦੀ ਮੰਗ ਕਰ ਰਹੇ ਨੇ ਹਾਈ ਕੋਰਟ ਦੇ ਵਕੀਲ ਸਾਹਿਬ ਐਡਵੋਕੇਟ ਰਵਨੀਤ ਜੋਸ਼ੀ, ਜਿਨ੍ਹਾਂ ਨੇ ਕਿਹਾ ਹੈਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਜਾਂਚ ਹੋਣੀ ਚਾਹੀਦੀ ਹੈ ਕਿ ਬਾਬੇ ਨੂੰ ਸਾਰੀਆਂ ਚੀਜ਼ਾਂ ਨੂੰ ਸਟੈਕ ਤੇ ਰੱਖ ਕੇ ਬਾਬੇ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਿਉਂ ਕੱਢਿਆ ਗਿਆ ਤੇ ਹਨੀਪ੍ਰੀਤ ਨਾਲ ਉਹਨਾਂ ਦੀ ਮੁਲਾਕਾਤ ਕਿਉਂ ਕਰਵਾਈ ਗਈ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, ਦੈਨਿਕ ਸਵੇਰਾ, ਚੰਡੀਗੜ੍ਹ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।